हेलो +1 क्लास फोर्थ यूनिट च ਆਪਾਂ पोटेंशियल एनर्जी ਦਾ बेसिक कंसैप्ट पढ़ चुके हैं। इस ਦਾ नैक्सट टॉपिक है पोटेंशियल एनर्जी ऑफ अ स्प्रिंग। ਤੁਸੀਂ स्प्रिंग किन्ने टाइप्स ਦੇ ਦੇਖੇ ਹੋਣਗੇ। कुछ ਹੈਲੀਕਲਸ ਹੁੰਦੇ ਆ स्प्रिंग्स, कुछ ਸਪਾਈਰਲਸ ਹੁੰਦੇ ਆ। ਜਿਹੜਾ ਮੈਂ ਤੁਹਾਨੂੰ स्प्रिंग ਦਿਖਾ ਰਹੀ ਹਾਂ दैट इज स्पाइरल। ठीक है, ਆਪਾਂ पोटेंशियल एनर्जी ऑफ स्प्रिंग ਦਾ टॉपिक ਕਰਨ ਜਾ ਰਹੇ ਹਾਂ ਅੱਜ। ਇਸ ਤੋਂ ਪਹਿਲਾਂ ਆਪਾਂ ਐਜ਼ਿਊਮ ਕਰ ਲੈਣਾ ਹੈ ਕਿ ਇਹ ਸਪਰਿੰਗ ਮਾਸਲੈਸ ਹੈ। ਠੀਕ ਹੈ, ਜੇ ਇਹ ਮਾਸਲੈਸ ਹੈ ਤਾਂ ਜਿਹੜੀ ਇਹਦੇ ਵਿੱਚ ਰਿਸਟੋਰਿੰਗ ਇਲਾਸਟਿਕ ਫੋਰਸ ਹੋਏਗੀ ਉਹ ਹਰੇਕ ਪੁਆਇੰਟ ਤੇ ਸੇਮ ਹੋਏਗੀ। ਸਪਰਿੰਗ ਦੇ ਵਿੱਚ ਇਲਾਸਟਿਸਿਟੀ ਹੁੰਦੀ ਹੈ, ਇਲਾਸਟਿਸਿਟੀ ਐਂਡ ਰਿਸਟੋਰਿੰਗ ਫੋਰਸ ਹੁੰਦਾ ਹੈ, ਮਤਲਬ ਆਪਣੇ ਆਪ ਨੂੰ ਉਹ ਦੁਬਾਰਾ ਉਸੇ ਪੋਜੀਸ਼ਨ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹੈ ਰਿਸਟੋਰਿੰਗ ਫੋਰਸ ਨਾਲ। ਠੀਕ ਹੈ, ਹੁਣ ਸਪਰਿੰਗ ਦੇ ਹਰੇਕ ਪੁਆਇੰਟ ਦੇ ਉੱਤੇ ਰਿਸਟੋਰਿੰਗ ਫੋਰਸ ਸੇਮ ਹੈ। ਆਪਾਂ ਇਸ ਸਪਰਿੰਗ ਨੂੰ ਕੰਪਰੈਸ ਵੀ ਕਰ ਸਕਦੇ ਹਾਂ ਤੇ ਐਕਸਟੈਂਸ਼ਨ ਵੀ ਕਰ ਸਕਦੇ ਹਾਂ ਇਸ 'ਚ। ਠੀਕ ਹੈ, ਜਦੋਂ ਕੰਪਰੈਸ ਜਾਂ ਐਕਸਟੈਂਸ਼ਨ ਕਰਦੇ ਹਾਂ ਤਾਂ ਇਕੁਅਲ ਐਂਡ ਆਪੋਜ਼ਿਟ ਟੂ ਟਾਈਪਸ ਦੀ ਫੋਰਸਿਸ ਸਪਰਿੰਗ ਤੇ ਲੱਗਦੀਆਂ ਨੇ। ਠੀਕ ਹੈ, ਜਦੋਂ ਇਕੁਲਿਬਰੀਅਮ ਤੇ ਹੁੰਦਾ ਸਪਰਿੰਗ, ਮਤਲਬ ਆਪਾਂ ਕੰਪਰੈਸ ਜਾਂ ਸਟ੍ਰੈਚ ਨਹੀਂ ਕਰ ਰਹੇ ਹੈਗੇ, ਸਪਰਿੰਗ ਦੇ ਵਿੱਚ ਇਲਾਸਟਿਸਿਟੀ ਦੇ ਕਰਕੇ ਰਿਸਟੋਰਿੰਗ ਫੋਰਸ ਡਿਵੈਲਪ ਹੋਇਆ ਹੁੰਦਾ ਹੈ। ਠੀਕ ਹੈ, ਹੁਣ ਤੁਸੀਂ ਦੇਖੋ ਇਹ ਸਪਰਿੰਗ ਦੀ ਓਰੀਜਨਲ ਪੋਜੀਸ਼ਨ ਹੈ। ਉਸ ਤੋਂ ਪਹਿਲਾਂ ਦੇਖ ਲਓ ਕਿ ਸਪਰਿੰਗ ਨੂੰ ਆਪਾਂ ਇੱਕ ਐਂਡ ਤੇ ਫਿਕਸ ਕੀਤਾ ਹੋਇਆ, ਦੂਸਰੇ ਐਂਡ ਤੇ ਆਪਾਂ ਮਾਸ m ਅਟੈਚ ਕੀਤਾ ਹੋਇਆ। ਸੋ ਨਾਰਮਲ ਦੇ ਵਿੱਚ ਜਦੋਂ ਕੰਪਰੈਸ਼ਨ ਜਾਂ ਐਕਸਟੈਂਸ਼ਨ ਨਹੀਂ ਹੈਗੀ ਦੈਨ ਸਪਰਿੰਗ ਦੀ ਪੋਜੀਸ਼ਨ x0 ਹੈ। ਆਪਾਂ ਫੋਰਸ ਲਗਾਇਆ, ਐਕਸਟਰਨਲ ਫੋਰਸ ਲਗਾਇਆ, ਇਸ 'ਚ ਰਿਸਟੋਰਿੰਗ ਫੋਰਸ ਡਿਵੈਲਪ ਹੋ ਗਈ Fs। ਠੀਕ ਹੈ, ਇਸ ਨੂੰ ਸਪਰਿੰਗ ਫੋਰਸ ਵੀ ਕਹਿ ਸਕਦੇ ਹੋ ਤੁਸੀਂ। Fs ਇਜ਼ ਸਪਰਿੰਗ ਫੋਰਸ। Fs ਦੀ ਡਾਇਰੈਕਸ਼ਨ ਦੇਖੋ ਤੇ ਜਿਹੜਾ ਆਪਾਂ ਹੈਂਡ ਨਾਲ ਫੋਰਸ ਲਗਾ ਰਹੇ ਹਾਂ ਉਹ ਦੇਖੋ ਡਾਇਰੈਕਸ਼ਨ, ਦੋਨੇ ਇਕੁਅਲ ਐਂਡ ਆਪੋਜ਼ਿਟ ਹੋਣਗੀਆਂ। ਠੀਕ ਹੈ, Fs will be always opposite to the applied force। ਹੁਣ ਆਪਾਂ ਐਕਸਟੈਂਸ਼ਨ ਕੀਤੀ ਸਪਰਿੰਗ ਦੇ ਵਿੱਚ। ਠੀਕ ਹੈ, ਅਗੇਨ Fs ਡਿਵੈਲਪ ਹੋ ਗਿਆ। ਠੀਕ ਹੈ, ਐਂਡ ਸਪਰਿੰਗ ਦੀ ਪੋਜੀਸ਼ਨ xe ਹੋ ਗਈ। ਠੀਕ ਹੈ, ਜਦੋਂ ਕੰਪਰੈਸ ਕੀਤਾ ਸੀਗਾ ਸਪਰਿੰਗ ਦੀ ਪੋਜੀਸ਼ਨ xc ਹੋ ਗਈ ਸੀ। ਜਦੋਂ ਆਪਾਂ ਐਕਸਟੈਂਡ ਕੀਤਾ ਸਪਰਿੰਗ ਦੈਨ ਸਪਰਿੰਗ ਦੀ ਪੋਜੀਸ਼ਨ xe ਹੋ ਗਈ। Fs ਜਿਹੜਾ ਸਪਰਿੰਗ ਫੋਰਸ ਹੈ ਜਾਂ ਰਿਸਟੋਰਿੰਗ ਫੋਰਸ ਹੈ ਅਗੇਨ ਨੈਗੇਟਿਵ ਹੈ, ਕਿਉਂਕਿ ਉਹ ਅਪਲਾਈਡ ਫੋਰਸ ਦੀ ਆਪੋਜ਼ਿਟ ਐਕਟ ਕਰ ਰਿਹਾ ਹੈ। ਰਿਸਟੋਰਿੰਗ ਫੋਰਸ ਦੇ ਅਗੇਂਸਟ ਆਪਾਂ ਨੂੰ ਕੁਝ ਵਰਕ ਕਰਨਾ ਪਏਗਾ। ਠੀਕ ਹੈ, ਚਾਹੇ ਆਪਾਂ ਕੰਪਰੈਸ ਕਰ ਰਹੇ ਹਾਂ ਚਾਹੇ ਆਪਾਂ ਸਟ੍ਰੈਚ ਕਰ ਰਹੇ ਹਾਂ ਸਪਰਿੰਗ ਨੂੰ। ਠੀਕ ਹੈ, ਕਿਉਂਕਿ ਰਿਸਟੋਰਿੰਗ ਫੋਰਸ ਆਪੋਜ਼ਿਟ ਐਕਟ ਕਰ ਰਿਹਾ ਹੈ, ਇਸ ਕਰਕੇ ਕੁਝ ਵਰਕ ਕਰਨਾ ਪਏਗਾ ਆਪਾਂ ਨੂੰ। ਇਹ ਕੀਤਾ ਹੋਇਆ ਵਰਕ, ਦਿਸ ਵਰਕ ਡਨ ਇਨ ਦੀ ਸਪਰਿੰਗ in the form of elastic potential energy ਸਪਰਿੰਗ ਦੇ ਵਿੱਚ ਸਟੋਰ ਹੋ ਜਾਂਦਾ ਹੈ। ਇਹੀ ਟੌਪਿਕ ਕਰਨਾ ਅੱਜ ਆਪਾਂ। The work done is stored in the spring in the form of elastic potential energy of the spring।
राइट। नाउ वी कंटिन्यू। The spring force is an example of a variable force which is conservative. कंजरवेटिव फोर्सिस ਦੀ ਤੁਹਾਨੂੰ डिटेल भी ਅੱਗੇ ਜਾ ਕੇ ਕਰਾਣੀ है, उसकी नैक्सट वीडियो बनाऊँगी। फिलहाल ਤੁਹਾਨੂੰ ਇਹ ਦੱਸ ਦਿੰਨੇ कि कंजरवेटिव फोर्स ਉਹ ਹੁੰਦਾ ਜਿਹੜਾ इनिशियल ਤੇ फाइनल पोजीशन ਤੇ डिपेंड करता ਹੁੰਦਾ। इस गल ਤੇ डिपेंड नहीं करता हैगा कि ਉਹ फोर्स किस किस पाथ तो किस किस रस्ते तो लग के आया। ठीक है, ये ਤੁਹਾਨੂੰ डिटेल ਅੱਗੇ ਜਾ ਕੇ ਕਰਾਵਾਂਗੇ। हाँ जी, हुण इस आप कंसीडर अ ब्लॉक ऑफ मास m अटैच टू अ स्प्रिंग इज मासलैस ऑफ स्प्रिंग कांस्टेंट k। स्प्रिंग कांस्टेंट k तुसी +1 च हुक्स ला पढ़िया सी। हुक्स ला के अकॉर्डिंग सीगा कि रिस्टोरिंग फोर्स डायरैक्टली प्रोपोर्शनल हुंदा है स्ट्रैच या कंप्रैशन दे। सी रिस्टोरिंग फोर्स Fs इज इक्वल टू -kx। ठीक है, x की है, स्ट्रेच है या कंप्रैशन है। हुक्स ला दे विच ये सी कि रिस्टोरिंग फोर्स डायरैक्टली प्रोपोर्शनल हुंदा है स्ट्रैच और कंप्रैशन दे। उस तो आपां इक्वेशन बनाई सी, एक k कॉन्सटेंट लिया सी। सो Fs इज इक्वल टू -kx। दिस k इज अ स्प्रिंग कॉन्सटेंट। ठीक है, स्प्रिंग कांस्टेंट का यूनिट हुंदा है न्यूटन पर मीटर। एंड इसकी डायमेंशन हुंदी है m1 l0 t-2। हाँ जी, द स्प्रिंग फोर्स F in an ideal spring is directly proportional to the displacement of the block from the equilibrium position। ठीक है, दिस इज हुक्स लॉ। सपोज करो आप ब्लॉक नूं पुश किया है एक्सटर्नल फोर्स F नाल ते स्प्रिंग जिहड़ा हैगा कंप्रैस हो गया XC। दैन वर्क डन की होएगा बाय द स्प्रिंग फोर्स Fs। Ws will be equal to integration of Fs dx limits 0 to xc। राइट, एंड उपरली इक्वेशन च जिहड़ा नैगेटिव साइन तुहानूं शो हो रहा है दैट इज इंडिकेटिंग कि रिस्टोरिंग फोर्स इज डायरैक्टेड ऑलवेज टूवर्ड्स द इक्विलिब्रियम पोजीशन। ठीक है, हुण इंटीग्रेशन करांगे आपां। इस देखो x का इंटीग्रेशन होएगा, आपां Fs की जगह kx वैल्यू पुट करती उपरली इक्वेशन तो विद माइनस साइन। x का इंटीग्रेशन x²/2, सो इट बिकम्स -12 kxc²। So Wx work done by the spring force is -12 kxc the square। मतलब यही वर्क डन स्टोर हो गया स्प्रिंग दे विच एज ए पोटेंशियल एनर्जी ऑफ स्प्रिंग। हुण अगला पॉइंट है कि वर्क डन बाय द एक्सटर्नल फोर्स पुशिंग फोर्स F जिहड़े आपां फोर्स लगा रहे हैं दैट इज F इज पॉजिटिव सिंस इट ओवरकम्स द स्प्रिंग फोर्स Fs। ठीक है, अपना फोर्स जिहड़ा लगाया होया ज़्यादा इस करके स्प्रिंग दा फोर्स Fs उस दे नालों घट हुंदा है। वर्क डन बाय द एक्सटर्नल फोर्स Ws विल बी इक्वल टू +12 kxc²। ठीक है, जो एक्सटर्नल फोर्स की गल करते हैं
ਤਾਂ ਜਿਹੜਾ ਆਪਾਂ ਫੋਰਸ ਲਗਾਇਆ ਹੈ ਉਸ ਦੇ ਦੁਆਰਾ ਕੀਤਾ ਹੋਇਆ ਵਰਕ ਡਨ ਹੋਏਗਾ ਪਲੱਸ ਹਾਫ kx c ਸਕੁਅਰ। ਐਂਡ ਸੇਮ ਜਦੋਂ ਆਪਾਂ ਸਪਰਿੰਗ ਨੂੰ ਐਕਸਟੈਂਡ ਕਰਾਂਗੇ, ਠੀਕ ਹੈ, ਐਕਸ ਈ ਪੋਜੀਸ਼ਨ ਤੇ ਲੈ ਕੇ ਆਵਾਂਗੇ ਤਾਂ ਵੀ ਇਹੀ ਫਾਰਮੂਲਾ ਹੋਏਗਾ, ਠੀਕ ਹੈ। ਵਰਕ ਡਨ ਬਾਈ ਦਾ ਸਪਰਿੰਗ ਫੋਰਸ ਹੈ ਨਾ, ਹੁਣ ਸਪਰਿੰਗ ਫੋਰਸ ਦਾ ਵਰਕ ਡਨ ਲੈਣਾ ਆਪਾਂ, ਦੈਟ ਵਿਲ ਬੀ ਮਾਈਨਸ ਹਾਫ ਕੇ ਐਕਸ ਈ ਦਾ ਸਕੁਅਰ। ਵਰਕ ਡਨ ਬਾਈ ਦਾ ਐਕਸਟਰਨਲ ਫੋਰਸ, that will be positive, ws will be equal to plus half kx e ਦਾ square। ਹੁਣ ਇਸ ਦਾ ਗ੍ਰਾਫ ਕਿਵੇਂ ਬਣੇਗਾ, ਔਰ ਗ੍ਰਾਫ ਦੇ ਨਾਲ ਆਪਾਂ ਏਰੀਆ ਫਾਈਂਡ ਆਊਟ ਕਰਕੇ ਇਸ ਦੀ ਪੋਟੈਂਸ਼ੀਅਲ એનર્ਜੀ ਨੂੰ ਵੀ ਫਾਈਂਡ ਆਊਟ ਕਰ ਸਕਦੇ ਹਾਂ, ਠੀਕ ਹੈ। f ਐਂਡ x ਦੇ ਵਿੱਚ ਆਪਾਂ ਗ੍ਰਾਫ ਬਣਾਵਾਂਗੇ, ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਸੋ ਦਾ ਗ੍ਰਾਫ ਵਿਲ ਬੀ ਲਾਈਕ ਦਿਸ। पोटेंशियल एनर्जी कढ़नी है तो आप इस एरिया ले लांगे, ठीक है। एक्स ई एक्सटेंड होया, जदों आप एक्सटेंशन की गल की तो आप एक्स एक्सिस से लवांगे एक्स ई, ठीक है, और उसनों आप ज्वाइन किया ग्राफ की लाइन ए नाल, सो दिस ओ ए बी एरिया हो गया है, और यह एरिया की शो करता है वर्क डन। यह सी अपना आर्टिकल पोटेंशियल एनर्जी ऑफ अ स्प्रिंग, बड़ा ईजी आर्टिकल है ये, ठीक है, चंगी तरह करना है। सो टेक केयर बेटा।